ਬਠਿੰਡਾ ਪੁਲਿਸ ਨੇ ਗੈਂਗਸਟਰ ਸੁਖਪ੍ਰੀਤ ਬੁੱਢਾ ਤੇ ਸਿਮਰਨ ਨੂੰ ਲਿਆ ਪ੍ਰੋਡਕਸ਼ਨ ਫਰੰਟ ਤੇ। ਬੁੱਢਾ ਨੇ ਜੇਲ੍ਹ ਮੁਲਾਜ਼ਮਾਂ ਨੂੰ ਜਾਨੋਂ ਮਾਰਨ ਦੀ ਦਿੱਤੀ ਸੀ ਧਮਕੀ। ਬੈਰਕ ਦੀ ਤਲਾਸ਼ੀ ਲੈਣ ਦਾ ਵੀ ਕੀਤਾ ਸੀ ਵਿਰੋਧ। ਸੁਨਾਲੀ ਦੇ ਪੀਏ ਸੁਧੀਰ ਸੰਗਵਾਨ ਤੇ ਦੋਸਤ ਸੁਖਵਿੰਦਰ ਦਾ ਮਿਲਿਆ ਰਿਮਾਂਡ। ਗੋਆ ਕੋਰਟ ਨੇ ਦੋਵਾਂ ਨੂੰ 10 ਦਿਨਾਂ ਦੀ ਰਿਮਾਂਡ ਤੇ ਭੇਜਿਆ। ਸੁਨਾਲੀ ਦੇ ਮੌਤ ਮਾਮਲੇ ਦੇ ਵਿੱਚ ਪੁਲਿਸ ਨੇ ਕੀਤਾ ਗ੍ਰਿਫਤਾਰ। ਥੋੜੀ ਦੇਰ ਦੇ ਵਿੱਚ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਲੁਧਿਆਣਾ ਕੋਰਟ ਦੇ ਵਿੱਚ ਪੇਸ਼ੀ। 4 ਦਿਨ ਦੇ ਰਿਮਾਂਡ ਦੇ ਮਗਰੋਂ ਵਿਜੀਲੈਂਸ ਕਰੇਗੀ ਪੇਸ਼। ਕਥਿਤ ਟਰਾਂਸਪੋਰਟ ਘੁਟਾਲੇ ਦੇ ਵਿੱਚ ਆਸ਼ੂ ਦੀ ਹੋਈ ਹੈ ਗ੍ਰਿਫਤਾਰੀ। ਸੀਐਮ ਭਗਵੰਤ ਮਾਨ ਨੇ ਕਾਮਨਵੈਲਥ ਦੇ ਵਿੱਚ ਸ਼ਾਮਲ ਪੰਜਾਬ ਦੇ ਖਿਡਾਰੀਆਂ ਦਾ ਕੀਤਾ ਸਨਮਾਨ। ਕਿਹਾ ਪੰਜਾਬ ਦੇ ਵਿੱਚ ਖਿਡਾਰੀਆਂ ਨੂੰ ਦੇਵਾਂਗੇ ਵਧੀਆ ਮਾਹੌਲ। ਹੁਣ ਖਿਡਾਰੀਆਂ ਨੂੰ ਨਹੀਂ ਜਾਣਾ ਪਵੇਗਾ ਬਾਹਰ। ਮੂਸੇਵਾਲਾ ਕਤਲकांड ਦੇ ਵਿੱਚ ਪੁਲਿਸ ਦੀ ਚਾਰਜਸ਼ੀਟ ਦੇ ਵਿੱਚ 122 ਗਵਾਹ। ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਣੇ ਥਾਰ ਦੇ ਵਿੱਚ ਮੌਜੂਦ ਦੋਵੇਂ ਦੋਸਤ ਮੁੱਖ ਗਵਾਹ। ਜਵਾਰ ਕੇ ਪਿੰਡ ਦੇ ਦਰਜਨ ਭਰ ਦੇ ਕਰੀਬ ਲੋਕ ਵੀ ਗਵਾਹਾਂ ਦੇ ਵਿੱਚ ਸ਼ਾਮਿਲ। ਮਲੋੜ 'ਚ 24 ਸਾਲਾ ਨੌਜਵਾਨ ਦੀ ਓਵਰਡੋਜ਼ ਦੇ ਨਾਲ ਮੌਤ। ਬਾਂਹ ਦੇ ਵਿੱਚ ਲੱਗਿਆ ਹੋਇਆ ਸੀ ਟੀਕਾ। ਪਰਿਵਾਰ ਮੁਤਾਬਕ ਪਿਛਲੇ 1 ਸਾਲ ਤੋਂ ਨਸ਼ਾ ਲੈ ਰਿਹਾ ਸੀ ਮ੍ਰਿਤਕ। ਸੰਗਰੂਰ ਦੇ ਖਨੌਰੀ ਦੇ ਵਿੱਚ 10 ਸਾਲਾ ਨਾਬਾਲਗ ਦੇ ਨਾਲ ਦਰਿੰਦਗੀ। ਮਾਸੂਮ ਦੇ ਹੱਥ ਪੈਰ ਤੇ ਮੂੰਹ ਬੰਨ ਕੇ ਕੀਤੀ ਜ਼ਬਰਦਸਤੀ। 55 ਸਾਲਾ ਮੁਲਜ਼ਮ ਗ੍ਰਿਫਤਾਰ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਨਿਊਜ਼ 18 ਪੰਜਾਬ ਹਰਿਆਣਾ। ਮੈਂ ਪ੍ਰਵਿੰਦਰ ਸਿੰਘ ਤੇਜਾ। ਸਾਰੇ ਦਰਸ਼ਕਾਂ ਦਾ ਬੁਲੇਟਿਨ ਸਵਾਗਤ ਹੈ। ਸ਼ੁਰੂਆਤ ਕਰਾਂਗੇ ਵੱਡੀ ਖਬਰ ਤੋਂ। ਹੁਣ ਪੰਜਾਬ ਦੇ ਕੋਲ ਆਪਣੀਆਂ ਮਾਲ ਗੱਡੀਆਂ ਹੋਣਗੀਆਂ। ਪੰਜਾਬ ਸਰਕਾਰ ਮਾਲ ਗੱਡੀਆਂ ਖਰੀਦੇਗੀ। ਪੰਜਾਬ ਔਨ ਵੀਲਸ ਦੀ ਸ਼ੁਰੂਆਤ ਹੋਵੇਗੀ। ਮੁੱਖ ਮੰਤਰੀ ਮਾਨ ਨੇ ਇਸ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਦਾ ਕਹਿਣਾ ਹੈ ਕਿ 350 ਕਰੋੜ ਰੁਪਏ ਹੈ ਇੱਕ ਮਾਲ ਗੱਡੀਆਂ ਦੀ ਕੀਮਤ। ਇੱਕ ਮਾਲ ਗੱਡੀ ਦੀ ਕੀਮਤ। ਪੰਜਾਬ ਦੇ ਲਈ ਆਯਾਤ ਨਿਰਯਾਤ ਹੋਵੇਗਾ। ਸੁਖਾਲਾ ਆਪਣੀਆਂ ਮਾਲ ਗੱਡੀਆਂ ਵਾਲਾ ਪਹਿਲਾ ਸੂਬਾ ਪੰਜਾਬ ਹੋਵੇਗਾ। ਮੁੱਖ ਮੰਤਰੀ ਮਾਨ ਦੇ ਵੱਲੋਂ ਵੀ ਦਾਅਵਾ ਕੀਤਾ ਗਿਆ ਕਿ ਇਸ ਦੇ ਨਾਲ ਹੀ ਅਜਿਹਾ ਪਹਿਲਾ ਸੂਬਾ ਪੰਜਾਬ ਬਣ ਜਾਵੇਗਾ। ਸੋ ਪੰਜਾਬ ਔਨ ਵੀਲਸ ਦੀ ਸ਼ੁਰੂਆਤ ਕੀਤੀ ਜਾਵੇਗੀ ਸਰਕਾਰ ਦੇ ਵੱਲੋਂ। ਮੁੱਖ ਮੰਤਰੀ ਦੇ ਵੱਲੋਂ ਖੁਦ ਇਸ ਦਾ ਐਲਾਨ ਕੀਤਾ ਗਿਆ। ਸੀਐਮ ਮਾਨ ਨੇ ਕਿਹਾ ਕਿ 350 ਕਰੋੜ ਰੁਪਏ ਇੱਕ ਮਾਲ ਗੱਡੀ ਦੀ ਕੀਮਤ ਹੈ। ਪੰਜਾਬ ਦੇ ਲਈ ਆਯਾਤ ਨਿਰਯਾਤ ਸੁਖਾਲਾ ਹੋਵੇਗਾ। ਇਸ ਦੇ ਨਾਲ ਆਪਣੀਆਂ ਮਾਲ ਗੱਡੀਆਂ ਵਾਲਾ ਪੰਜਾਬ ਪਹਿਲਾ ਸੂਬਾ ਬਣ ਜਾਵੇਗਾ। ਸੀਐਮ ਮਾਨ ਦੇ ਵੱਲੋਂ ਇਹ ਵੀ ਵੱਡਾ ਦਾਅਵਾ ਕੀਤਾ ਗਿਆ। ਤੁਸੀਂ ਸਾਰੇ ਮਿਲ ਕੇ ਗੱਲ ਕਰੀਏ। ਆਪਾਂ ਬਹਿ ਕੇ ਆਪਾਂ 3 ਟ੍ਰੇਨਾਂ ਲੈਣੇ ਆ ਜਿਹਦਾ ਨਾਮ ਹੋਊਗਾ ਪੰਜਾਬ ਔਨ ਵੀਲਸ। ਤੁਸੀਂ ਤੁਹਾਡੇ ਆਪਣੇ ਰੈਕ ਹੋਣਗੇ ਉਹਦੇ ਚ। ਹੁਸ਼ਿਆਰਪੁਰੋਂ ਚੱਕ ਕੇ ਲਿਆ ਕਰਾਂਗੇ ਜੀ ਟਰੈਕਟਰ। ਜੇ ਕਹੋ ਤਾਂ ਅੰਦਰ ਫੈਕਟਰੀ ਚੋਂ ਵੀ ਚੱਕ ਲਿਆ ਕਰਾਂਗੇ। ਠੀਕ ਹੈ ਨਾ। ਸੋ ਪੰਜਾਬ ਵਿਲ ਬੀ ਦ ਫਸਟ ਸਟੇਟ ਇਨ ਇੰਡੀਆ ਜਿਹਦੇ ਕੋਲੇ ਆਪਣੀਆਂ ਟ੍ਰੇਨਾਂ ਹੋਣਗੀਆਂ। ਇਸ ਖਬਰ ਤੇ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਗਗਨਦੀਪ ਚੌਹਾਨ ਜੁੜੇ ਹੋਏ ਨੇ। ਗਗਨਦੀਪ, ਵਿਸਥਾਰ ਦੇ ਨਾਲ ਸਮਝਣਾ ਜਾਵਾਂਗੇ ਕਿ ਕਿਹੜਾ ਇਹ ਪ੍ਰੋਜੈਕਟ ਹੋਵੇਗਾ ਜਿਸ ਦਾ ਕਿ ਸੀਐਮ ਮਾਨ ਦੇ ਵੱਲੋਂ ਪੂਰਾ ਐਲਾਨ ਕੀਤਾ ਗਿਆ। ਬਿਲਕੁਲ ਪਰਮਿੰਦਰ, ਦੇਖੋ ਬੀਤੇ ਦਿਨ ਦਾ ਵਿਜ਼ਨ ਪੰਜਾਬ ਕਰਕੇ ਇੱਕ ਪ੍ਰੋਗਰਾਮ ਜਿਹੜਾ ਐਸੋਚੈਮ ਤੇ ਬਾਕੀ ਜਿਹੜੇ ਸਨਅਤੀ ਅਦਾਰੇ ਨੇ ਉਹਨਾਂ ਦੇ ਜਥੇਬੰਦੀਆਂ ਨੇ ਆਰਗੇਨਾਈਜ਼ ਕੀਤਾ ਸੀਗਾ, ਜਿੱਥੇ ਮੁੱਖ ਮੰਤਰੀ ਨੇ ਇਹ ਸੁਝਾਅ ਜਿਹੜਾ ਹੈਗਾ ਉਹ ਰੱਖਿਆ ਕਿ ਪੰਜਾਬ ਦੇ ਕੋਲ ਦੇਖੋ ਪੰਜਾਬ ਦੀ ਸਨਅਤ ਦੀ ਡਿਮਾਂਡ ਕੀ ਹੈਗੀ ਹੈ। ਪੰਜਾਬ ਦੀ ਜੇਕਰ ਜੋਗ੍ਰਾਫੀਕਲ ਪੋਜੀਸ਼ਨ ਦੇਖੀਏ ਤਾਂ ਪੰਜਾਬ ਦਾ ਨੇੜੇ ਕੋਈ ਪੋਰਟ ਨਹੀਂ ਲੱਗਦਾ। ਸਭ ਤੋਂ ਨੇੜੇ ਜਿਹੜਾ ਹੈਗਾ ਪੋਰਟ ਉਹ ਕਾਂਦਲਾ ਹੈਗਾ। ਉੱਥੋਂ ਕਿਸੇ ਵੀ ਚੀਜ਼ ਨੂੰ ਉੱਥੇ ਤੱਕ ਲੈ ਕੇ ਜਾਣਾ ਜਾਂ ਉੱਥੋਂ ਕਿਸੇ ਚੀਜ਼ ਨੂੰ ਕੈਰੀ ਕਰਨਾ, ਯਾਨੀ ਕੋਈ ਵੀ ਪ੍ਰੋਡਕਟ ਜੇਕਰ ਪੋਰਟ ਤੱਕ ਲੈ ਕੇ ਜਾਣਾ ਹੈ ਔਰ ਪੋਰਟ ਤੋਂ ਜੇਕਰ ਅੰਦਰ ਪੰਜਾਬ ਦੇ ਵਿੱਚ ਲੈ ਕੇ ਆਉਣਾ ਹੈ ਤਾਂ ਉਸਦੇ ਲਈ ਜਿਹੜਾ ਹੈਗਾ ਉਹ ਪੈਸੇ ਦੇਣੇ ਪੈਂਦੇ ਨੇ ਔਰ ਉਹ ਚਾਰਜਿਸ ਜਿਹੜੇ ਹੈਗੇ ਉਹ ਜ਼ਿਆਦਾ ਪੈਂਦੇ ਨੇ। ਸੋ ਕੱਲ ਮੁੱਖ ਮੰਤਰੀ ਨੇ, ਕਿਉਂਕਿ ਸਾਰੀ ਸਨਅਤੀ ਜਿਹੜੇ ਪੰਜਾਬ ਦੇ ਸਨਅਤਕਾਰ ਸੀਗੇ ਇੱਥੇ ਮੌਜੂਦ ਸੀਗੇ, ਤਾਂ ਉਹਨਾਂ ਦੀ ਪ੍ਰੈਜ਼ੈਂਸ ਦੇ ਵਿੱਚ ਮੁੱਖ ਮੰਤਰੀ ਨੇ ਸੁਝਾਅ ਜਿਹੜਾ ਹੈ ਰੱਖਿਆ ਸਾਰਿਆਂ ਸਾਹਮਣੇ ਕਿ ਆਪਾਂ ਬਹਿ ਕੇ ਗੱਲ ਕਰਦੇ ਹਾਂ ਔਰ ਕੇਂਦਰ ਸਰਕਾਰ ਦੀ ਸਕੀਮ ਹੈਗੀ ਹੈ ਜਿਹੜੀ ਇਸ ਤਰੀਕੇ ਪੂਰੀ ਟ੍ਰੇਨ ਜਿਹੜੀ ਹੈਗੀ ਹੈ ਉਹ ਦਿੱਤੀ ਜਾ ਸਕਦੀ ਹੈ। ਇਹ ਕੇਂਦਰ ਸਰਕਾਰ ਦੀ ਸਕੀਮ ਦੇ ਤਹਿਤ ਜਿਹੜਾ ਹੈਗਾ ਪੰਜਾਬ 3 ਮਾਲ ਗੱਡੀਆਂ ਲੈ ਸਕਦਾ। 350 ਕਰੋੜ ਦੀ ਜਿਹੜੀ ਇੱਕ ਮਾਲ ਗੱਡੀ ਹੈਗੀ ਹੈ ਉਹ ਖਰੀਦੀ ਜਾ ਸਕਦੀ ਹੈ ਔਰ ਉਸ ਦੇ ਵਿੱਚ ਜੇਕਰ ਸਨਅਤਕਾਰ ਨਾਲ ਆਉਣਗੇ ਤਾਂ ਉਹਨਾਂ ਦੇ ਵੈਗਨ ਜਿਹੜੇ ਹੈਗੇ ਆ, ਕਿਉਂਕਿ ਮਾਲ ਗੱਡੀ ਦੇ ਵਿੱਚ ਜਿਵੇਂ ਡੱਬੇ ਹੁੰਦੇ ਨੇ ਉਹ ਡੱਬੇ ਜਿਹੜੇ ਹੈਗੇ ਆ ਉਹ ਫਿਕਸ ਕਰ ਦਿੱਤੇ ਜਾਣਗੇ ਵੱਖ-ਵੱਖ ਸਨਅਤਕਾਰਾਂ ਨੂੰ, ਤਾਂ ਕਿ ਉਹ ਆਪਣਾ ਇੰਪੋਰਟ ਐਕਸਪੋਰਟ ਜਿਹੜਾ ਹੈਗਾ ਉਹ ਮਾਲ ਗੱਡੀ ਦੇ ਰਾਹੀਂ ਕਰ ਸਕਣ। ਤੇ ਜੇਕਰ ਇਹ ਇੰਪਲੀਮੈਂਟ ਹੁੰਦਾ ਹੈ ਤਾਂ ਆਪਣੇ ਆਪ ਵਿੱਚ ਅਜਿਹਾ ਕਰਨ ਵਾਲਾ ਪੰਜਾਬ ਪਹਿਲਾ ਸੂਬਾ ਬਣ ਜਾਵੇਗਾ। ਔਰ ਉਸ ਦੀ ਮੇਨ ਵਜ੍ਹਾ ਇਹ ਹੈ ਕਿ ਐਕਸਪੋਰਟ ਇੰਪੋਰਟ ਦੇ ਲਈ ਪੰਜਾਬ ਨੂੰ ਹਜੇ ਜਿਹੜੇ ਮੀਡੀਅਮ ਅਪਣਾਣੇ ਪੈਂਦੇ ਨੇ, ਜਿਹੜੇ ਜ਼ਰੀਏ ਪੰਜਾਬ ਇੰਪੋਰਟ ਐਕਸਪੋਰਟ ਕਰਦਾ ਹੈ, ਭਾਵੇਂ ਉਹ ਸੜਕ ਦੇ ਰਾਹੀਂ ਹੋਵੇ ਭਾਵੇਂ ਉਹ ਹਵਾਈ ਰਸਤੇ ਰਾਹੀਂ ਹੋਵੇ, ਉਹ ਆਪਣੇ ਆਪ ਵਿੱਚ ਮਹਿੰਗਾ ਬਹੁਤ ਪੈਂਦਾ ਹੈ। ਤੇ ਇਸ ਕਰਕੇ
ਕਿਤੇ ਨਾ ਕਿਤੇ ਇਹ ਹੈਗਾ ਕਿ ਇਸ ਤਰੀਕੇ ਜੇ 3 ਟ੍ਰੇਨਾਂ ਪੰਜਾਬ ਆਪਣੀ ਖਰੀਦ ਲਵੇਗਾ ਔਰ ਪੰਜਾਬ ਔਨ ਵੀਲਸ ਦੀ ਸ਼ੁਰੂਆਤ ਜਿਹੜਾ ਹੈਗਾ ਉਹ ਕੀਤੀ ਜਾ ਸਕਦੀ ਹੈ, ਜਿਹੜੀ ਪੰਜਾਬ ਦੇ ਸਨਅਤਕਾਰਾਂ ਦੇ ਲਈ ਦੋਵੇਂ ਚੀਜ਼ਾਂ ਵਾਸਤੇ, ਦਰਾਮਦ ਵਾਸਤੇ ਵੀ ਬਰਾਮਦ ਵਾਸਤੇ ਵੀ, ਯਾਨੀ ਇੰਪੋਰਟ ਵਾਸਤੇ ਵੀ ਤੇ ਐਕਸਪੋਰਟ ਵਾਸਤੇ ਦੋਵੇਂ ਹੀ, ਜਿਹੜਾ ਆਪਣਾ ਸਮਾਨ ਜਿਹੜਾ ਹੈਗਾ ਵਿਦੇਸ਼ਾਂ ਵਿੱਚ ਭੇਜਣਾ ਹੈ, ਐਕਸਪੋਰਟ ਕਰਨਾ ਹੈ, ਉਹ ਇਹਨਾਂ ਗੱਡੀਆਂ ਦੇ ਰਾਹੀਂ ਜਿਹੜਾ ਹੈਗਾ ਪੋਰਟ ਤੱਕ ਭੇਜਿਆ ਜਾ ਸਕੇਗਾ। ਔਰ ਜਿਹੜਾ ਸਮਾਨ ਇੰਪੋਰਟ ਕਰਨਾ ਹੈ, ਜਿਹੜਾ ਰॉ ਮਟੀਰੀਅਲ ਜਾਂ ਬਣਿਆ ਬਣਾਇਆ ਮਟੀਰੀਅਲ ਜਿਹੜਾ ਹੈਗਾ ਉਹ ਇੰਪੋਰਟ ਕਰਨਾ, ਉੱਥੋਂ ਪੋਰਟ ਤੋਂ ਇਹਨਾਂ ਗੱਡੀਆਂ ਦੇ ਰਾਹੀਂ ਚੁੱਕ ਕੇ ਪੰਜਾਬ ਤੱਕ ਲਿਆਂਦਾ ਜਾ ਸਕੇਗਾ। ਸੋ ਕਿਤੇ ਨਾ ਕਿਤੇ ਇੱਕ ਵੱਡੀ ਸਕੀਮ ਜਿਹੜੀ ਹੈਗੀ ਹੈ ਮੁੱਖ ਮੰਤਰੀ ਨੇ ਕੱਲ ਸਨਅਤਕਾਰਾਂ ਦੇ ਸਾਹਮਣੇ ਰੱਖੀ ਹੈ, ਔਰ ਕਿਤੇ ਨਾ ਕਿਤੇ ਜੇ ਇਹ ਇੰਪਲੀਮੈਂਟ ਜਦੋਂ ਆਉਣ ਵਾਲੇ ਵਕਤ ਵਿੱਚ ਹੋਏਗੀ ਤਾਂ ਅਜਿਹਾ ਕਰਨ ਵਾਲਾ ਪੰਜਾਬ ਜਿਹੜਾ ਹੈਗਾ ਪਹਿਲਾ ਸਟੇਟ ਬਣੇਗਾ। ਪਰਮਿੰਦਰ ਠੀਕ ਹੈ ਅਗਰ ਫਿਲਹਾਲ ਦੀ ਪੂਰੀ ਜਾਣਕਾਰੀ ਤੁਹਾਡਾ ਬਹੁਤ ਬਹੁਤ ਧੰਨਵਾਦ। ਸੀਐਮ ਮਾਨ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ। ਦਰਅਸਲ ਸਨਅਤਕਾਰਾਂ ਨੂੰ ਸੰਬੋਧਨ ਕੀਤਾ ਜਾ ਰਿਹਾ ਸੀਗਾ। ਸਨਅਤਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ, ਸੰਬੋਧਨ ਕਰਦੇ ਹੋਈ ਇਹ ਵੱਡਾ ਐਲਾਨ ਕਰ ਦਿੱਤਾ ਗਿਆ ਕਿ 350 ਕਰੋੜ ਰੁਪਏ ਇੱਕ ਮਾਲ ਗੱਡੀ ਦੀ ਕੀਮਤ ਹੈ ਤੇ ਇਹ ਮਾਲ ਗੱਡੀਆਂ ਜਿਹੜੀਆਂ ਪੰਜਾਬ ਦੇ ਵੱਲੋਂ ਖਰੀਦੀਆਂ ਜਾਣਗੀਆਂ। ਪੰਜਾਬ ਦੇ ਲਈ ਆਯਾਤ ਨਿਰਯਾਤ ਜਿਹੜਾ ਐਕਸਪੋਰਟ ਇੰਪੋਰਟ ਇਸ ਦੇ ਨਾਲ ਸੁਖਾਲਾ ਹੋਵੇਗਾ। ਸੀਐਮ ਮਾਨ ਦੇ ਦਾਅਵਾ ਕੀਤਾ ਗਿਆ ਕਿ ਆਪਣੀਆਂ ਮਾਲ ਗੱਡੀਆਂ ਵਾਲਾ ਪੰਜਾਬ ਪਹਿਲਾ ਸੂਬਾ ਬਣੇਗਾ। ਦਰਅਸਲ ਸਨਅਤਕਾਰਾਂ ਦੇ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਸੀਗਾ, ਸਨਅਤਕਾਰਾਂ ਨੂੰ ਸੰਬੋਧਨ ਕੀਤਾ ਜਾ ਰਿਹਾ ਸੀਗਾ ਸੀਐਮ ਮਾਨ ਦੇ ਵੱਲੋਂ। ਜਦੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਹ ਵੱਡਾ ਐਲਾਨ ਕੀਤਾ ਗਿਆ, ਉਹਨਾਂ ਦਾ ਕਹਿਣਾ ਹੈ ਕਿ ਇਸ ਦੇ ਨਾਲ ਜਿਹੜਾ ਸਮਾਨ ਹੈ ਪੰਜਾਬ ਤੋਂ ਐਕਸਪੋਰਟ ਤੇ ਇੰਪੋਰਟ ਕਰਨ ਦੇ ਵਿੱਚ ਆਸਾਨੀ ਹੋਵੇਗੀ, ਇਹ ਕੰਮ ਸੁਖਾਲਾ ਹੋਵੇਗਾ। ਪੰਜਾਬ ਦੀਆਂ ਜਿਹੜੀਆਂ ਪੰਜਾਬ ਦੇ ਕੋਲ ਆਪਣੀਆਂ ਮਾਲ ਗੱਡੀਆਂ ਹੋਣਗੀਆਂ। ਪੰਜਾਬ ਔਨ ਵੀਲਸ ਦੀ ਜਿਹੜੀ ਸ਼ੁਰੂਆਤ ਹੋਵੇਗੀ। ਮੁੱਖ ਮੰਤਰੀ ਮਾਨ ਦੇ ਵੱਲੋਂ ਐਲਾਨ ਕੀਤਾ ਗਿਆ ਕਿ 350 ਕਰੋੜ ਰੁਪਏ ਇੱਕ ਮਾਲ ਗੱਡੀ ਦੀ ਕੀਮਤ ਹੈ ਪੰਜਾਬ ਦੇ ਲਈ। ਜੇਕਰ ਇਸ ਨੂੰ ਅਮਲੀ ਜਾਮਾ ਪਹਿਨਾਇਆ ਜਾਂਦਾ ਹੈ, ਇਸ ਨੂੰ ਲਾਗੂ ਕੀਤਾ ਜਾਂਦਾ ਹੈ, ਮਾਲ ਗੱਡੀਆਂ ਖਰੀਦੀਆਂ ਜਾਂਦੀਆਂ ਤੇ ਇਸ ਦੇ ਨਾਲ ਐਕਸਪੋਰਟ ਇੰਪੋਰਟ ਕਰਨਾ ਆਸਾਨ ਹੋਵੇਗਾ। ਸੀਐਮ ਨੇ ਇਹ ਵੀ ਵੱਡਾ ਦਾਅਵਾ ਕੀਤਾ ਹੈ ਕਿ ਆਪਣੀਆਂ ਮਾਲ ਗੱਡੀਆਂ ਵਾਲਾ ਪੰਜਾਬ ਇਸ ਦੇ ਨਾਲ ਹੀ ਪਹਿਲਾ ਸੂਬਾ ਬਣ ਜਾਵੇਗਾ। ਦਰਅਸਲ ਸਨਅਤਕਾਰਾਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ। ਸਨਅਤਕਾਰਾਂ ਦੇ ਵੱਲੋਂ ਆਪਣੀਆਂ ਜਿਹੜੀਆਂ ਮੁਸ਼ਕਲਾਂ ਨੇ, ਦਿੱਕਤਾਂ ਨੇ, ਉਹ ਵੀ ਸੀਐਮ ਮਾਨ ਦੇ ਅੱਗੇ ਰੱਖੀਆਂ ਗਈਆਂ ਤੇ ਇਸੇ ਦੌਰਾਨ ਸਨਅਤਕਾਰਾਂ ਨੂੰ ਸੰਬੋਧਨ ਕਰਦੇ ਹੋਏ ਸੀਐਮ ਮਾਨ ਦੇ ਵੱਲੋਂ ਇਹ ਵੱਡਾ ਐਲਾਨ ਕਰ ਦਿੱਤਾ ਗਿਆ ਕਿ ਪੰਜਾਬ ਦੇ ਕੋਲ ਹੁਣ ਆਪਣੀਆਂ ਮਾਲ ਗੱਡੀਆਂ ਹੋਣਗੀਆਂ। ਪੰਜਾਬ ਔਨ ਵੀਲਸ ਦੀ ਸ਼ੁਰੂਆਤ ਕੀਤੀ ਜਾਵੇਗੀ। ਸੀਐਮ ਮਾਨ ਦਾ ਕਹਿਣਾ ਹੈ ਕਿ 350 ਕਰੋੜ ਰੁਪਏ ਇੱਕ ਮਾਲ ਗੱਡੀ ਦੀ ਕੀਮਤ ਹੈ ਤੇ ਮਾਲ ਗੱਡੀਆਂ ਜਿਹੜੀਆਂ ਉਹ ਸਰਕਾਰ ਦੇ ਵੱਲੋਂ ਖਰੀਦੀਆਂ ਜਾਣਗੀਆਂ, ਜਿਸ ਦੇ ਲਈ ਪੰਜਾਬ ਦੇ ਲਈ ਐਕਸਪੋਰਟ ਤੇ ਇੰਪੋਰਟ ਕਰਨਾ ਆਸਾਨ ਹੋਵੇਗਾ। ਸਿੱਧਾ ਰੁਕ ਕਰਦੇ ਹਾਂ, ਸਾਡੇ ਸਹਿਯੋਗੀ ਪੰਕਜ ਕਪਾਈ ਲਾਈਵ ਜੁੜੇ ਹੋਏ ਨੇ। ਪੰਕਜ, ਵਿਸਥਾਰ ਦੇ ਨਾਲ ਸਮਝਣਾ ਚਾਹਾਂਗੇ ਕਿਉਂਕਿ ਸਨਅਤਕਾਰਾਂ ਨੂੰ ਸੰਬੋਧਨ ਕਰਦੇ ਸੀਐਮ ਮਾਨ ਦੇ ਵੱਲੋਂ ਇਹ ਵੱਡਾ ਐਲਾਨ ਕੀਤਾ ਗਿਆ। ਆਖਿਰਕਾਰ ਪੂਰਾ ਪ੍ਰੋਜੈਕਟ ਕੀ ਹੈ, ਕੀ ਸਕੀਮ ਹੈ ਤੇ ਇਸ ਨੂੰ ਲੈ ਕੇ ਕੀ ਸਰਕਾਰ ਦੀ ਰੂਪਰੇਖਾ ਹੈ? ਦੇਖੋ, ਵਿਜ਼ਨ ਪੰਜਾਬ ਦੇ ਤਹਿਤ ਕੱਲ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਨੇ ਉਹ ਉਦਯੋਗਪਤੀਆਂ ਦੇ ਨਾਲ ਗੱਲਬਾਤ ਕਰ ਰਹੇ ਸੀਗੇ ਔਰ ਕੁਝ ਉਦਯੋਗਪਤੀਆਂ ਦੀਆਂ ਸ਼ਿਕਾਇਤਾਂ ਸੀਗੀਆਂ ਜਾਂ ਇਸ ਗੱਲ ਦਾ ਉਹਨਾਂ ਦਾ ਜ਼ਿਕਰ ਸੀਗਾ ਕਿ ਅਸੀਂ ਚਾਹੁੰਦੇ ਹਾਂ ਕਿ ਸਾਡਾ ਸਮਾਨ ਦੂਸਰੇ ਸੂਬਿਆਂ 'ਚ ਜਾਵੇ, ਸਾਡਾ ਸਮਾਨ ਦੂਸਰੇ ਸੂਬੇ ਤੋਂ ਅਸੀਂ ਕੱਚਾ ਮਾਲ ਲੈ ਕੇ ਆਈਏ, ਇੱਥੇ ਤਿਆਰ ਕਰਾਈਏ, ਲੇਕਿਨ ਜਿਹੜੀ ਢੋਆ ਢੁਆਈ ਹੈ ਉਹ ਬੇਹੱਦ ਮਹਿੰਗੀ ਪੈਂਦੀ ਹੈ। ਢੋਆ ਢੁਆਈ ਇੰਨੀ ਮਹਿੰਗੀ ਪੈਂਦੀ ਹੈ ਕਿ ਉਸ ਦੇ ਨਾਲ ਰੇਟ ਜਿਹੜੇ ਨੇ ਉਹ ਵੱਧ ਜਾਂਦੇ ਨੇ ਔਰ ਦੂਸਰੇ ਸੂਬਿਆਂ ਦੇ ਨਾਲ ਜਦੋਂ ਕੰਪੈਰੀਜ਼ਨ ਹੁੰਦਾ ਹੈ ਤਾਂ ਪਿੱਛੇ ਰਹਿ ਜੀਦਾ। ਤਾਂ ਫਿਰ ਇਹ ਇਸ ਗੱਲ ਦਾ ਜ਼ਿਕਰ ਹੋ ਗਿਆ ਕਿ ਅਗਰ ਪੰਜਾਬ ਸਰਕਾਰ ਵੱਲੋਂ ਢੋਆ ਢੁਆਈ ਯਾਨੀ ਕਿ ਸਮਾਨ ਲਿਆਉਣ ਲਈ ਜਾਂ ਫਿਰ ਭੇਜਣ ਦੇ ਲਈ ਕੋਈ ਅਜਿਹੀ ਪਲੈਨਿੰਗ ਕੀਤੀ ਜਾਵੇ। ਫਿਰ ਮੁੱਖ ਮੰਤਰੀ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਅਸੀਂ ਆਪਣੀ ਮਾਲ ਗੱਡੀ ਖਰੀਦ ਸਕਾਂਗੇ। ਕੇਂਦਰ ਸਰਕਾਰ ਦੀ ਸਕੀਮ ਦੇ ਅਧੀਨ 3 ਮਾਲ ਗੱਡੀਆਂ ਖਰੀਦ ਸਕਦੇ ਹਾਂ ਤਾਂ ਕਿ ਅਗਰ ਹੁਸ਼ਿਆਰਪੁਰ ਤੋਂ ਟਰੈਕਟਰ ਕਿਸੇ ਹੋਰ ਜਗ੍ਹਾ ਤੇ ਲੈ ਕੇ ਜਾਣਾ ਹੈ ਜਾਂ ਪਾਰਟਸ ਲੈ ਕੇ ਜਾਣੇ ਹੈ ਤਾਂ ਫਿਰ ਉਹ ਸਸਤੇ ਪੈਣ। ਇਸ ਦੇ ਨਾਲ ਜਿਹੜਾ ਵੇਚਣ ਵਾਲੇ ਨੂੰ ਵੀ ਫਾਇਦਾ ਹੋਏ ਤਾਂ ਖਰੀਦਣ ਵਾਲੇ ਨੂੰ ਵੀ ਫਾਇਦਾ ਹੋਵੇ। ਇਸੇ ਤਰੀਕੇ ਨਾਲ ਅਗਰ ਜੇ ਕੋਲਾ ਝਾਰਖੰਡ ਤੋਂ ਲੈ ਕੇ ਆਉਣਾ ਵਾ, ਅਗਰ ਪੰਜਾਬ ਸਰਕਾਰ ਦੀ ਆਪਣੀ ਮਾਲ ਗੱਡੀ ਹੋਏਗੀ ਤਾਂ ਫਿਰ ਬੇਹੱਦ ਸਸਤਾ ਪਏਗਾ। ਇਸੇ ਵਜ੍ਹਾ ਕਰਕੇ ਇਸ ਗੱਲ ਦਾ ਜ਼ਿਕਰ ਮੁੱਖ ਮੰਤਰੀ ਕਰਦੇ ਹੋਏ ਨਜ਼ਰ ਆਏ ਨੇ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਇਸ ਗੱਲ ਦਾ ਜ਼ਿਕਰ ਕਰ ਰਹੇ ਨੇ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਸਟੂਡੈਂਟ ਜਾਂ ਨੌਜਵਾਨ ਜਿਹੜੇ ਨੇ ਉਹ ਵਿਦੇਸ਼ਾਂ ਨੂੰ ਚਲੇ ਜਾਂਦੇ ਨੇ ਕਿਉਂਕਿ ਉਹ ਹਿਤਾਸ਼ ਨੇ, ਲੇਕਿਨ ਅਗਰ ਉਹੀ ਟੈਲੈਂਟ, ਉਹੀ ਨੌਜਵਾਨ ਪੰਜਾਬ 'ਚ ਆਪਣਾ ਕਾਰੋਬਾਰ ਕਰੇ, ਪੰਜਾਬ 'ਚ ਜਿਹੜਾ ਵੈ ਕਾਰੋਬਾਰ ਕਰੇ ਤਾਂ ਪੰਜਾਬ ਨੂੰ ਵੀ ਇਸ ਦਾ ਫਾਇਦਾ ਮਿਲੇਗਾ। ਤਾਂ ਇਸੇ ਵਜ੍ਹਾ ਕਰਕੇ ਪੰਜਾਬ ਸਰਕਾਰ ਵੱਲੋਂ ਇਹ ਕੋਸ਼ਿਸ਼ ਹੈ ਕਿ ਇਨਵੈਸਟਮੈਂਟ ਪੰਜਾਬ ਦੇ ਵਿੱਚ ਆਵੇ, ਪੰਜਾਬ 'ਚ ਉਦਯੋਗ ਵਧੇ, ਪੰਜਾਬ ਦੇ ਬਹੁਤ ਸਾਰੇ ਅਜਿਹੇ ਖੇਤੀ ਨਾਲ ਜੁੜੇ ਪ੍ਰੋਡਕਟ ਨੇ ਜਿਹੜੇ ਦੂਸਰੇ ਸੂਬਿਆਂ 'ਚ ਆਸਾਨੀ ਨਾਲ ਜਾ ਸਕਦੇ ਨੇ। ਤਾਂ ਇਸ ਦੇ ਲਈ ਪੰਜਾਬ ਸਰਕਾਰ ਜਿਹੜੀ ਹੈ ਇਹ ਪਹਿਲ ਕਰਨ ਦਾ ਜ਼ਿਕਰ ਜਿਹੜਾ ਉਹ ਕਰਦੀ ਹੋਈ ਨਜ਼ਰ ਆ ਰਹੀ ਹੈ। ਪਰਮਿੰਦਰ ਜੀ,
ਠੀਕ ਹੈ ਪੰਕਜ, ਪੂਰੀ ਜਾਣਕਾਰੀ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਮਾਨ ਸਰਕਾਰ ਨੂੰ ਦਰਅਸਲ ਇਹ ਵੱਡਾ ਐਲਾਨ ਕੀਤਾ ਗਿਆ ਸਨਅਤਕਾਰਾਂ ਦੇ ਨਾਲ ਗੱਲਬਾਤ ਕਰਦੇ ਹੋ, ਸੰਬੋਧਨ ਕਰਦੇ ਹੋ, ਕਿਉਂਕਿ ਸਨਅਤਕਾਰਾਂ ਦੇ ਵੱਲੋਂ ਆਪਣੀਆਂ ਦਿੱਕਤਾਂ ਮੁਸ਼ਕਲਾਂ ਜਿਹੜੀਆਂ ਅਸੀਂ ਮੰਨ ਦੇ ਅੱਗੇ ਰੱਖੀਆਂ ਗਈਆਂ। ਸਨਅਤਕਾਰਾਂ ਦਾ ਕਹਿਣਾ ਹੈ ਕਿ ਦੂਜੇ ਸੂਬਿਆਂ ਤੱਕ ਸਮਾਨ ਪਹੁੰਚਾਉਣਾ ਜਾਂ ਉੱਥੋਂ ਸਮਾਨ ਲੈ ਕੇ ਆਉਣਾ, ਉਸ ਦੇ ਵਿੱਚ ਢੋਆ ਢਵਾਈ ਦੇ ਵਿੱਚ ਟਰਾਂਸਪੋਰਟੇਸ਼ਨ ਦੇ ਵਿੱਚ ਕਾਫੀ ਖਰਚਾ ਆਉਂਦਾ, ਤੇ ਇਸੇ ਦੌਰਾਨ ਸੀਐਮ ਮਾਨ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਕਿ 350 ਕਰੋੜ ਰੁਪਏ ਦੀ ਜਿਹੜੀ ਇੱਕ ਮਾਲ ਗੱਡੀ ਹੈ ਤੇ ਸਰਕਾਰ 3 ਮਾਲ ਗੱਡੀਆਂ ਖਰੀਦ ਸਕਦੀ ਹੈ, ਜਿਸ ਦੇ ਨਾਲ ਐਕਸਪੋਰਟ ਤੇ ਇੰਪੋਰਟ ਦੇ ਵਿੱਚ ਆਸਾਨੀ ਹੋਵੇਗੀ। ਰੁਕ ਕਰਦੇ ਅਗਲੀ ਖਬਰ ਦਾ। ਪੰਜਾਬ ਦੇ ਚੈਂਪੀਅਨਸ ਦਾ ਸਨਮਾਨ ਕੀਤਾ ਗਿਆ। ਸੀਐਮ ਭਗਵੰਤ ਮਾਨ ਦੇ ਵੱਲੋਂ ਕਾਮਨਵੈਲਥ ਜੇਤੂਆਂ ਦਾ ਸਨਮਾਨ ਕੀਤਾ ਗਿਆ। 19 ਖਿਡਾਰੀਆਂ ਨੂੰ ਨਗਦ ਇਨਾਮ ਰਾਸ਼ੀ ਦਿੱਤੀ ਗਈ ਹੈ। ਅਸੀਂ ਖਿਡਾਰੀਆਂ ਨੂੰ ਬਣਾ ਕੇ ਦੇਵਾਂਗੇ ਵਧੀਆ ਮਾਹੌਲ। ਸੀਐਮ ਮਾਨ ਦੇ ਵੱਲੋਂ ਖਿਡਾਰੀਆਂ ਨੂੰ ਇਸ ਗੱਲ ਦਾ ਭਰੋਸਾ ਦਿੱਤਾ ਗਿਆ ਕਿ ਅਸੀਂ ਖਿਡਾਰੀਆਂ ਨੂੰ ਵਧੀਆ ਮਾਹੌਲ ਬਣਾ ਕੇ ਦੇਵਾਂਗੇ। ਪੰਜਾਬ ਦੇ ਖਿਡਾਰੀਆਂ ਨੂੰ ਹੁਣ ਬਾਹਰ ਨਹੀਂ ਜਾਣਾ ਪਵੇਗਾ, ਤੁਸੀਂ ਸਿਰਫ ਦਿਲ ਲਾ ਕੇ ਖੇਡੋ, ਰਿਜ਼ਲਟ ਦੀ ਚਿੰਤਾ ਨਾ ਲਓ। ਉਹਨਾਂ ਦਾ ਕਹਿਣਾ ਹੈ ਕਿ ਤੁਸੀਂ ਦਿਲ ਲਾ ਕੇ ਖੇਡੋ, ਨਤੀਜਾ ਕੀ ਆਵੇਗਾ, ਰਿਜ਼ਲਟ ਕੀ ਆਵੇਗਾ, ਉਸ ਦੀ ਚਿੰਤਾ ਨਾ ਕਰੋ। ਤੇ ਨਾਲ ਹੀ ਇਸ ਗੱਲ ਦਾ ਭਰੋਸਾ ਦਿੱਤਾ ਗਿਆ ਕਿ ਖਿਡਾਰੀਆਂ ਨੂੰ ਵਧੀਆ ਮਾਹੌਲ ਪੰਜਾਬ ਦੇ ਵਿੱਚ ਬਣਾ ਕੇ ਦਿੱਤਾ ਜਾਵੇਗਾ ਤੇ ਖਿਡਾਰੀਆਂ ਨੂੰ ਕਿਸੇ ਵੀ ਬਾਹਰ ਵਾਲੇ ਪਾਸੇ, ਕਿਸੇ ਹੋਰ ਸੂਬੇ ਦੇ ਵਿੱਚ, ਕਿਸੇ ਹੋਰ ਦੇਸ਼ ਦੇ ਵਿੱਚ ਜਾਣ ਦੀ ਜ਼ਰੂਰਤ ਨਹੀਂ ਪਵੇਗੀ। ਜੇ ਸਪੋਰਟਸ ਨੂੰ ਆਪਾਂ ਪ੍ਰੋਫੈਸ਼ਨਲ ਬਣਾ ਦਾਂਗੇ ਤਾਂ ਬਹੁਤ ਸਾਰੇ ਪਲੇਅਰ ਐਸੇ ਹੋਣਗੇ ਜਿਹੜੇ ਕਹਿਣਗੇ ਮੈਂ ਵੀ ਹਾਕੀ ਪਲੇਅਰ ਬਣਨਾ, ਮੈਂ ਵੀ ਐਥਲੈਟਿਕਸ ਖੇਡਣਾ, मैं 100 मीटर भजना, मैं 200 मीटर भजना, मैं बॉक्सिंग करनी है। उसे करके ही असी 29 अगस्त तो शुरू कर रहे हैं खेडां वतन पंजाब दियां ते ओह अक्तूबर तक चलणगियां ते उहदे विच खो खो, कबड्डी, जिमनास्टिक, वॉलीबॉल, बॉक्सिंग, वो खेडां जिहड़ियां आपां भुल गए लगभग। ਅੱਗੇ ਵਧਾਂਗੇ ਤੇ ਗੱਲ ਕਰਾਂਗੇ ਸਾਬਕਾ ਮੰਤਰੀ ਦੀ ਖਬਰ। ਸਾਬਕਾ ਮੰਤਰੀ ਦੇ ਨਾਲ ਜੁੜੀ ਹੋਈ ਹੈ। ਥੋੜੀ ਦੇਰ ਦੇ ਵਿੱਚ ਭਾਰਤ ਭੂਸ਼ਣ ਆਸ਼ੂ ਦੀ ਕੋਰਟ ਦੇ ਵਿੱਚ ਪੇਸ਼ੀ ਹੋਵੇਗੀ। ਲੁਧਿਆਣਾ ਕੋਰਟ ਦੇ ਵਿੱਚ ਵਿਜੀਲੈਂਸ ਦੇ ਵੱਲੋਂ ਭਾਰਤ ਭੂਸ਼ਣ ਆਸ਼ੂ ਨੂੰ ਪੇਸ਼ ਕੀਤਾ ਜਾਵੇਗਾ। ਅੱਜ 4 ਦਿਨਾਂ ਦਾ ਰਿਮਾਂਡ ਖਤਮ ਹੋ ਰਿਹਾ। ਟਰਾਂਸਪੋਰਟ ਘੁਟਾਲੇ ਦੇ ਵਿੱਚ ਆਸ਼ੂ ਦੀ ਪਿਛਲੇ ਦਿਨੀ ਹੀ ਗ੍ਰਿਫਤਾਰੀ ਹੋਈ ਹੈ, ਜਿਸ ਤੋਂ ਬਾਅਦ ਚ ਵਿਜੀਲੈਂਸ ਦੇ ਵੱਲੋਂ ਕੋਰਟ ਦੇ ਵਿੱਚ ਪੇਸ਼ ਕਰਕੇ 4 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਸੀਗਾ ਤੇ ਅੱਜ 4 ਦਿਨ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਚ ਮੁੜ ਤੋਂ ਕੋਰਟ ਦੇ ਵਿੱਚ ਪੇਸ਼ੀ ਹੋਣ ਜਾ ਰਹੀ ਹੈ। ਭਾਰਤ ਭੂਸ਼ਣ ਆਸ਼ੂ ਨੂੰ ਦੇਖਣਾ ਹੋਵੇਗਾ ਕਿ ਕੀ ਵਿਜੀਲੈਂਸ ਦੇ ਵੱਲੋਂ ਹੋਰ ਰਿਮਾਂਡ ਦੀ ਮੰਗ ਕੀਤੀ ਜਾਂਦੀ ਹੈ ਜਾਂ ਹੋਰ ਕੀ ਅਦਾਲਤ ਦੇ ਵੱਲੋਂ ਰਿਮਾਂਡ ਦਿੱਤਾ ਜਾਂਦਾ ਹੈ ਜਾਂ ਨਹੀਂ। ਤੇ ਇਹ ਵੀ ਵੱਡਾ ਸਵਾਲ ਹੈ ਕਿ ਆਖਿਰਕਾਰ 4 ਦਿਨ ਦੇ ਵਿੱਚ ਪੁੱਛਗਿੱਛ ਦੇ ਦੌਰਾਨ, ਜਾਂਚ ਦੇ ਦੌਰਾਨ ਕੀ ਕੁਝ ਹਾਸਲ ਹੋਇਆ ਹੈ ਜਾਂ ਅੱਗੇ ਜੇਕਰ ਰਿਮਾਂਡ ਮੰਗਿਆ ਜਾਂਦਾ ਤਾਂ ਉਸ ਦੇ ਪਿੱਛੇ ਕੀ ਵਿਜੀਲੈਂਸ ਦੇ ਵੱਲੋਂ ਕੋਰਟ ਦੇ ਵਿੱਚ ਤਰਕ ਦਿੱਤਾ ਜਾਂਦਾ ਹੈ, ਕੀ ਪੱਖ ਰੱਖਿਆ ਜਾਂਦਾ। ਸੋ ਥੋੜੀ ਦੇਰ ਦੇ ਵਿੱਚ ਭਾਰਤ ਭੂਸ਼ਣ ਆਸ਼ੂ ਦੀ ਕੋਰਟ ਦੇ ਵਿੱਚ ਪੇਸ਼ੀ ਹੋਣ ਜਾ ਰਹੀ ਹੈ। ਲੁਧਿਆਣਾ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ ਕਿਉਂਕਿ ਪਿਛਲੇ ਦਿਨ ਲੁਧਿਆਣਾ ਤੋਂ ਹੀ ਭਾਰਤ ਭੂਸ਼ਣ ਆਸ਼ੂ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ ਜਦੋਂ ਇੱਕ ਸੈਲੂਨ ਤੇ ਆਪਣੇ ਵਾਲਾਂ ਦੀ ਕਟਿੰਗ ਕਰਵਾ ਰਹੇ ਸਨ ਤੇ ਇਸੇ ਦੌਰਾਨ ਵਿਜੀਲੈਂਸ ਨੇ ਪਿਛਲੇ ਦਿਨੀ ਭਾਰਤ ਭੂਸ਼ਣ ਆਸ਼ੂ ਨੂੰ ਗ੍ਰਿਫਤਾਰ ਕੀਤਾ ਸੀਗਾ। ਇਸੇ ਖਬਰ ਤੇ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਰੋਹਿਤ ਗੌੜ ਜੁੜੇ ਹੋਏ ਨੇ। ਰੋਹਿਤ, ਕੀ ਕੁਝ ਜਾਣਕਾਰੀ ਹੈ, ਕਦੋਂ ਤੱਕ ਭਾਰਤ ਭੂਸ਼ਣ ਆਸ਼ੂ ਦੀ ਕੋਰਟ ਦੇ ਵਿੱਚ ਪੇਸ਼ੀ ਹੋ ਸਕਦੀ ਹੈ? ਮੰਨਿਆ ਜਾਵੇ ਕਿ ਹੋਰ ਰਿਮਾਂਡ ਦੀ ਮੰਗ ਕੀਤੀ ਜਾਵੇਗੀ ਜਾਂ 4 ਦਿਨ ਦੀ ਗੱਲ ਕੀਤੀ ਜਾਵੇ ਤਾਂ ਕਿਸ ਤਰ੍ਹਾਂ ਦੇ ਕੋਈ ਵੱਡੇ ਖੁਲਾਸੇ ਹੋਏ ਨੇ, ਕਿਸ ਤਰ੍ਹਾਂ ਦੀ ਕੋਈ ਜਾਣਕਾਰੀ? ਜੀ ਬਿਲਕੁਲ ਪਰਮਿੰਦਰ, ਮੈਂ ਤੁਹਾਨੂੰ ਦੱਸ ਦਿੰਦਾ 4 ਦਿਨ ਦਾ ਰਿਮਾਂਡ ਖਤਮ ਹੋ ਗਿਆ ਔਰ ਅੱਜ ਦੁਬਾਰਾ ਦੂਜੀ ਪੇਸ਼ੀ ਜਿਹੜੀ ਹੈਗੀ ਹੈ ਭਾਰਤ ਭੂਸ਼ਣ ਆਸ਼ੂ ਦੀ ਵਿਜੀਲੈਂਸ ਪੱਖੋਂ ਲੁਧਿਆਣਾ ਕੋਰਟ ਦੇ ਵਿੱਚ ਅੱਜ ਕਰਵਾਈ ਜਾਊਗੀ। ਲਗਭਗ 3:30 ਵਜੇ ਦਾ ਸਮੇਂ ਦੱਸਿਆ ਜਾ ਰਿਹਾ ਕਿ 3:30 ਵਜੇ ਦੇ ਆਸ-ਪਾਸ ਹੀ ਇਹਨਾਂ ਨੂੰ ਇੱਥੋਂ ਵਿਜੀਲੈਂਸ ਦਫ਼ਤਰ ਤੋਂ ਲੁਧਿਆਣਾ ਕੋਰਟ ਵਾਸਤੇ ਲਿਜਾਇਆ ਜਾਊਗਾ ਔਰ ਉਸ ਦੇ ਵਾਸਤੇ ਪੰਜਾਬ ਪੁਲਿਸ ਪੱਖੋਂ ਪੁਖਤਾ ਇੰਤਜ਼ਾਮ ਕੀਤੇ ਗਏ ਨੇ ਔਰ ਅੱਜ ਸੁਰੱਖਿਆ ਕੜੀ ਕਰ ਦਿੱਤੀ ਗਈ ਹੈ ਕਿਉਂਕਿ ਵਿਜੀਲੈਂਸ ਦੇ ਬਾਹਰ ਵੀ ਜੇਕਰ ਗੱਲ ਕੀਤੀ ਜਾਵੇ ਤਾਂ ਜ਼ਿਲ੍ਹਾ ਪ੍ਰੀਸ਼ਦ ਦਫ਼ਤਰ ਜਿਹੜਾ ਕਿ ਬਿਲਕੁਲ ਵਿਜੀਲੈਂਸ ਦਫ਼ਤਰ ਦੇ ਬਿਲਕੁਲ ਸਾਹਮਣੇ ਹੈਗਾ ਵਾ, ਉਸ ਦਫ਼ਤਰ ਦੇ ਵਿੱਚ ਲਗਾਤਾਰ ਜਿਹੜਾ ਕਾਂਗਰਸੀ ਵਰਕਰਾਂ ਵੱਲੋਂ ਇੱਕ ਜਿਹੜਾ ਧਰਨਾ ਹੈ, ਜਿਹੜਾ ਇੱਕ ਨਿਗਰਾਨੀ ਦੇ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਉਹ ਵੀ ਲਗਾਤਾਰ ਚੱਲ ਰਿਹਾ ਹੈ ਔਰ ਉਸ ਦੇ ਵਿੱਚ ਜਿਹੜੇ ਵੱਡੇ ਨੇਤਾ ਹੈਗੇ ਨੇ ਕਾਂਗਰਸੀ ਉਹ ਤਮਾਮ ਇੱਥੇ ਪਹੁੰਚ ਰਹੇ ਨੇ। ਰਾਜਾ ਵੜਿੰਗ ਜਿਹੜੇ ਹੈਗੇ ਨੇ ਉਹ ਲਗਾਤਾਰ 4 ਦਿਨ ਤੋਂ ਹੀ ਲੁਧਿਆਣਾ ਸ਼ਹਿਰ ਦੇ ਵਿੱਚ ਠਹਿਰੇ ਹੋਏ ਨੇ ਤੇ ਇੱਥੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਤਮਾਮ ਲੀਡਰਸ਼ਿਪ ਨੂੰ ਆਪਣੇ ਲੀਡਰ ਦੀ ਜਿਹੜੇ ਭਾਰਤ ਭੂਸ਼ਣ ਆਸ਼ੂ ਜਿਹੜੇ ਸਾਬਕਾ ਮੰਤਰੀ ਹੈਗੇ ਉਹਨਾਂ ਦੀ ਸਭ ਤੋਂ ਜ਼ਿਆਦਾ ਉਹਨਾਂ ਨੂੰ ਚਿੰਤਾ ਹੈਗੀ ਕਿ ਕਿਸੇ ਤਰੀਕੇ ਦੀ ਕੋਈ ਵੀ 3rd ਡਿਗਰੀ ਜਿਹੜੀ ਹੈਗੀ ਹੈ ਉਹ ਵਿਜੀਲੈਂਸ ਅਫਸਰਾਂ ਵੱਲੋਂ ਨਾ ਯੂਜ਼ ਕੀਤੀ ਜਾਵੇ ਕਿਉਂਕਿ ਇਸ ਚੀਜ਼ ਦਾ ਪਿਛਲੀ ਵਾਰੀ ਵੀ ਜਦੋਂ ਪਹਿਲੀ ਪੇਸ਼ੀ ਹੋਈ ਸੀ ਉਸ ਵੇਲੇ ਰਵਨੀਤ ਸਿੰਘ ਬਿੱਟੂ ਵੱਲੋਂ ਵੀ ਕਿਹਾ ਗਿਆ ਸੀਗਾ ਪਰ ਹਾਲ ਦੀ ਫਿਲਹਾਲ ਸੁਰੱਖਿਆ ਦੇ ਕੜੇ ਇੰਤਜ਼ਾਮ ਕਰ ਦਿੱਤੇ ਗਏ ਨੇ। 3:30 ਵਜੇ ਦੇ ਕਰੀਬ ਉਹਨਾਂ ਨੂੰ ਪੇਸ਼ ਕੀਤਾ ਜਾਊਗਾ ਔਰ 4 ਦਿਨਾਂ ਦੇ ਵਿੱਚ ਲਗਾਤਾਰ ਪੁੱਛਤਾਛ ਭਾਰਤ ਭੂਸ਼ਣ ਆਸ਼ੂ ਤੋਂ ਕੀਤੀ ਗਈ ਹੈ ਔਰ ਉਸ ਦੇ ਨਾਲ ਨਾਲ ਉਹਨਾਂ ਦੇ ਜਿਹੜੇ ਨਜ਼ਦੀਕੀ ਹੈਗੇ ਨੇ ਉਹਨਾਂ ਨੂੰ ਵੀ ਹੁਣ ਨੋਟਿਸ ਜਾਰੀ ਕਰ ਦਿੱਤਾ ਗਿਆ ਔਰ ਉਹਨਾਂ ਤੋਂ ਵੀ ਪੁੱਛਤਾਛ ਸ਼ੁਰੂ ਕਰ ਦਿੱਤੀ ਗਈ ਹੈ ਜਿਨ੍ਹਾਂ ਦੇ ਵਿੱਚ ਸਭ ਤੋਂ ਨਜ਼ਦੀਕੀ ਮੰਨਣੇ ਜਾਣ ਵਾਲੇ ਸਨੀ ਭੱਲਾ ਹੈਗੇ ਨੇ, ਬਲਕਾਰ ਸੰਧੂ ਜਿਹੜੇ ਕਿ ਲੁਧਿਆਣਾ ਦੇ ਨਗਰ ਨਿਗਮ ਦੇ ਮੇਅਰ ਹੈਗੇ ਨੇ, ਉਹਨਾਂ ਤੋਂ ਵੀ 2 ਘੰਟੇ ਨਗਰ ਨਿਗਮ ਦੇ ਜਿਹੜੇ ਮੇਅਰ ਹੈਗੇ ਨੇ ਉਹਨਾਂ ਤੋਂ 2 ਘੰਟੇ ਪੁੱਛਤਾਛ ਹੋ ਚੁੱਕੀ ਹੈ ਔਰ ਉਹਨਾਂ ਨਾਲ ਅਸੀਂ ਜਦੋਂ ਗੱਲ ਕੀਤੀ ਤਾਂ ਉਹਨਾਂ ਨੇ ਸਾਫ਼ ਤੌਰ ਤੇ ਇਹ ਕਿਹਾ ਵਾ ਕਿ ਜੋ ਵੀ ਉਹਨਾਂ ਨੇ ਮੇਰੇ ਤੋਂ ਪੁੱਛਿਆ ਮੈਂ ਉਹਨਾਂ ਨੂੰ ਦੱਸ ਦਿੱਤਾ। ਇਸ ਤੋਂ ਇਲਾਵਾ ਉਹਨਾਂ ਨੇ ਕੁਝ ਵੀ ਮੀਡੀਆ ਨੂੰ ਦੱਸਣ ਤੋਂ ਸਾਫ਼ ਮਨਾ ਕਰ ਦਿੱਤਾ। ਤਾਂ ਇੱਥੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਹਜੇ ਇੱਕ ਡਰ
ਕਿਤੇ ਨਾ ਕਿਤੇ ਕਾਂਗਰਸੀ ਵਰਕਰਾਂ 'ਚ ਜਾਂ ਕਾਂਗਰਸੀ ਲੀਡਰਾਂ 'ਚ ਜ਼ਰੂਰ ਦੇਖਣ ਨੂੰ ਮਿਲ ਰਿਹਾ। ਪਰ ਦੂਜੇ ਪਾਸੇ ਉਹ ਆਪਣੇ ਲੀਡਰ ਦੇ ਪਾਸੇ ਇੱਥੇ ਧਰਨਾ ਲਗਾਏ ਵੀ ਲਗਾਤਾਰ ਬੈਠੇ ਹੋਏ ਨੇ। ਕੁਝ ਹੀ ਦੇਰ ਦੇ ਵਿੱਚ ਹੁਣ ਦੁਬਾਰਾ ਲੁਧਿਆਣਾ ਕੋਰਟ 'ਚ ਉਹਨਾਂ ਨੂੰ ਪੇਸ਼ ਕੀਤਾ ਜਾਊਗਾ ਜੀ। ਠੀਕ ਹੈ ਰੋਹਿਤ, ਫਿਲਹਾਲ ਦੀ ਪੂਰੀ ਜਾਣਕਾਰੀ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥੋੜੀ ਦੇਰ ਦੇ ਵਿੱਚ ਭਾਰਤ ਭੂਸ਼ਣ ਆਸ਼ੂ ਦੀ ਕੋਰਟ ਦੇ ਵਿੱਚ ਪੇਸ਼ੀ ਹੋਵੇਗੀ, ਕਿਉਂਕਿ 4 ਦਿਨਾਂ ਦਾ ਰਿਮਾਂਡ ਅੱਜ ਖਤਮ ਹੋ ਰਿਹਾ ਤੇ ਰਿਮਾਂਡ ਖਤਮ ਹੋਣ ਤੋਂ ਬਾਅਦ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ। ਨਜ਼ਰਾਂ ਰਹਿਣਗੀਆਂ ਕਿ ਆਖਰਕਾਰ ਕੀ ਹੋਰ ਰਿਮਾਂਡ ਦੀ ਮੰਗ ਕੀਤੀ ਜਾਂਦੀ ਹੈ ਜਾਂ ਕੋਰਟ ਦੇ ਵੱਲੋਂ ਹੋਰ ਰਿਮਾਂਡ ਦਿੱਤਾ ਜਾਂਦਾ ਹੈ ਜਾਂ ਨਹੀਂ। ਜਿਵੇਂ ਕੋਈ ਵੱਡਾ ਅਪਡੇਟ ਆਵੇਗਾ ਤੇ ਮੁੜ ਤੋਂ ਇਸ ਖਬਰ ਤੇ ਰੁਕ ਕਰਾਂਗੇ, ਮੁੜ ਤੋਂ ਅਪਡੇਟ ਜਿਹੜੇ ਆਪਣੇ ਦਰਸ਼ਕਾਂ ਤੱਕ ਪਹੁੰਚਾਵਾਂਗੇ। रुक कर दें अगली खबर दा। न्यूज़ 18 ते सेहत मंत्री चेतन सिंह जोड़ा माजरा ने मुहल्ला क्लीनिकां नूं लैके उठ रहे सवालों के जवाब दिते ने। उन्होंने कहा कि सिर्फ 2 डॉक्टरां ने ही अस्तीफे दिते ने, जिन्हां दा बैकअप सरकार दे कोल तैयार है। आम आदमी पार्टी की सरकार लगातार मुहल्ला क्लीनिक का जिक्र करती है, स्कूलों का जिक्र करती है और इस वेले 10 दिन हो गए मुहल्ला क्लीनिक खुले नूं किस तरीके नाल चल रहे हैं, कई थावां दे उत्ते डॉक्टर क्यों छड़ के जा रहे हैं। गलबात करते हैं पंजाब के सेहत मंत्री नाल। मंत्री जी बहुत बहुत स्वागत है। धन्यवाद जी, बहुत बहुत शुक्रिया। मंत्री ड्रीम प्रोजैक्ट है मुहल्ला क्लीनिक और खुल गए ने, इस वेले किस तरीके दे नाल चल रहे, की कुछ हालात है? ਸਭ ਤੋਂ ਪਹਿਲਾਂ ਅਸੀਂ ਧੰਨਵਾਦ ਕਰਦੇ ਹਾਂ ਸਾਡੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਦਾ ਔਰ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਹੋਰਾਂ ਦਾ, ਜਿਨ੍ਹਾਂ ਦੀ ਲੰਬੀ ਸੋਚ ਕਰਕੇ ਪੰਜਾਬ ਦੇ ਵਿੱਚ ਜਿਹੜੀ ਹੈਲਥ ਦੇ ਵਿੱਚ ਬਹੁਤ ਵੱਡੀ ਕ੍ਰਾਂਤੀ ਹੈ ਜਿਹੜੀ ਉਹ 15 ਅਗਸਤ ਨੂੰ ਸ਼ੁਰੂ ਹੋਈ ਹੈ, ਜਿਹਦੇ ਵਿੱਚ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਹੋਰਾਂ ਨੇ ਪੰਜਾਬ ਦੇ ਲੋਕਾਂ ਨਾਲ ਦੇਸ਼ ਦੀ 75ਵੀਂ ਆਜ਼ਾਦੀ ਦੀ ਵਰ੍ਹੇਗੰਢ ਤੇ 75 ਆਮ ਆਦਮੀ ਕਲੀਨਿਕ ਜਿਹੜਾ ਪੰਜਾਬ ਦੇ ਲੋਕਾਂ ਨੂੰ ਦੇਣ ਦਾ ਜਿਹੜਾ ਵਾਅਦਾ ਕੀਤਾ ਸੀ, ਪਰ ਉਹਨਾਂ ਨੇ ਇੱਕ ਫਰਲਾਂਗ ਹੋਰ ਪੁੱਟਦੇ ਹੋਏ ਪੰਜਾਬ ਦੇ ਲੋਕਾਂ ਨੂੰ ਜਿਹੜਾ 100 ਆਮ ਆਦਮੀ ਕਲੀਨਿਕ ਹੈ ਜਿਹੜਾ ਪੰਜਾਬ ਦੇ ਲੋਕਾਂ ਦੇ ਸਪੁਰਦ ਕੀਤਾ। ਸੋ ਇਹ ਸੋਚ ਹੈ ਸਾਡੇ ਮੁੱਖ ਮੰਤਰੀ ਸਾਹਿਬ ਦੀ, ਜਿਨ੍ਹਾਂ ਨੇ ਪੰਜਾਬ ਪ੍ਰਤੀ ਇੰਨੀ ਸੰਜੀਦਗੀ ਨਾਲ ਪਹਿਲੇ ਸਟੈਪ ਦੇ ਵਿੱਚ ਹੀ ਬਹੁਤ ਵੱਡਾ ਜਿਹੜਾ ਗੋਲ ਹੈ ਉਹ ਅਚੀਵ ਕੀਤਾ ਹੈ। लेकिन कई थावां दे उत्ते मामले सामने आ रहे कि डॉक्टर छड्ड के जाना शुरू हो गए। 10 दिनों च डॉक्टर क्यों छड्ड के जा रहे हैं? कई थावां दे उत्ते कहा जा रहा है कि डॉक्टर उपलब्ध नहीं है, इसकी वजह की नज़र आ रही है? कोई भी ਇਹੋ ਜਿਹੀ ਜਗ੍ਹਾ ਨਹੀਂ ਹੈ ਜਿੱਥੇ ਕੋਈ ਐਦਾਂ ਦਾ ਇਨਸੀਡੈਂਟ ਹੋਵੇ ਕਿ ਡਾਕਟਰ ਉਪਲਬਧ ਨਹੀਂ ਹੈ। ਆਮ ਆਦਮੀ ਕਲੀਨਿਕ ਦੇ ਵਿੱਚ ਡਾਕਟਰ ਹੋਣਾ ਹੀ ਬਹੁਤ ਜ਼ਰੂਰੀ ਹੈ। ਔਰ ਦੂਜੀ ਗੱਲ ਤੁਸੀਂ ਕਿਹਾ ਹੈ ਕਿ ਡਾਕਟਰ ਛੱਡ ਕੇ ਜਾ ਰਹੇ ਨੇ। ਇੱਕ ਰੋਪੜ ਦਾ ਇਨਸੀਡੈਂਟ ਹੈ ਜਿੱਥੇ ਜਿਹੜੇ ਡਾਕਟਰ ਸਾਹਿਬ ਸੀਗੇ ਉਹਨਾਂ ਨੇ ਐਮਡੀ ਦੇ ਵਿੱਚ ਐਡਮਿਸ਼ਨ ਲਈ ਸੀਗੀ, ਇਸ ਕਰਕੇ ਉਹਨਾਂ ਨੇ ਉੱਥੋਂ ਆਪਣਾ ਅਸਤੀਫਾ ਦਿੱਤਾ। ਦੇਖੋ ਹਰ ਇੱਕ ਦੀ ਇੱਛਾ ਹੁੰਦੀ ਹੈ ਅੱਗੇ ਵਧਣ ਦੀ, ਸੋ ਉਹਨਾਂ ਦੀ ਵੀ ਇੱਛਾ ਸੀ ਅੱਗੇ ਵਧਣ ਦੀ, ਉਹਨਾਂ ਨੇ ਐਮਡੀ 'ਚ ਐਡਮਿਸ਼ਨ ਲਈ ਆ। ਹੋਰ ਵੀ ਅੱਗੇ ਅਸੀਂ ਪ੍ਰਮਾਤਮਾ ਅੱਗੇ ਦੁਆ ਬੇਨਤੀ ਕਰਦੇ ਹਾਂ ਕਿ ਉਹ ਹੋਰ ਵੀ ਤਰੱਕੀਆਂ ਕਰਨ। ਪਰ ਇਹ ਜਿਹੜੀ ਜ਼ਿਆਦਾ ਮੀਡੀਆ ਦੇ ਵਿੱਚ ਹੀ ਰੌਲਾ ਜਾ ਰਿਹਾ ਕਿ ਡਾਕਟਰਾਂ ਨੇ ਅਸਤੀਫਾ ਦਿੱਤਾ, ਇਹੋ ਜਿਹਾ ਮੈਨੂੰ ਇੱਕ ਤੋਂ ਸਵਾ ਹਜੇ ਫਿਲਹਾਲ ਕੋਈ ਮੇਰੀ ਨੌਲੇਜ ਨਹੀਂ ਆਇਆ। ਹਾਂ ਇੱਕ ਜ਼ਰੂਰ ਹੈ, ਜੇ ਕੋਈ ਇਹ ਕਹੇ ਵੀ ਸਾਨੂੰ ਹਸਪੀਟਲ ਸ਼ਹਿਰ ਦੇ ਵਿੱਚ ਸ਼ਿਫਟ ਕਰ ਦਿਓ, ਉਹ ਪੋਸੀਬਲ ਨਹੀਂ ਹੈ। ਅਸੀਂ ਪਿੰਡਾਂ 'ਚ ਵੀ ਸਿਹਤ ਸਹੂਲਤਾਂ ਦਾ ਜਿਹੜਾ ਦੇਣੀਆਂ ਨੇ ਲੋਕਾਂ ਨੂੰ, ਔਰ ਦੂਰ ਦਰਾਡੇ ਜਿਵੇਂ ਬਾਰਡਰ ਦੇ ਨਾਲ ਲੱਗਦਾ ਏਰੀਆ ਉੱਥੇ ਵੀ ਸਿਹਤ ਸਹੂਲਤਾਂ ਦੇਣੀਆਂ ਨੇ। ਫਿਰ ਅਸੀਂ ਡਾਕਟਰ ਤਾਂ ਰੱਖਣੀ ਨੇ। ਇਹ ਨਹੀਂ ਹੋਣਾ ਚਾਹੀਦਾ ਕਿ ਸਾਨੂੰ ਬਿਲਕੁਲ ਸ਼ਹਿਰ ਦੇ ਵਿੱਚ ਹੀ ਕਰ ਦਿਓ, ਫਿਰ ਬਾਕੀ ਥਾਵੇਂ ਕੌਣ ਜਾ ਕੇ ਦੋ। ਸੋ ਇਸ ਕਰਕੇ ਮੈਂ ਸਾਰੇ ਡਾਕਟਰ ਸਾਹਿਬਾਨ ਨੂੰ ਤੁਹਾਡੇ ਮਾਧਿਅਮ ਜਰੀਏ ਬੇਨਤੀ ਵੀ ਕਰਦਾ ਕਿ ਸਮਾਜ ਪ੍ਰਤੀ ਵੀ ਆਪਾਂ ਆਪਣਾ ਫਰਜ਼ ਹੈ ਜਿਹੜਾ ਉਹ ਬਾਖੂਬੀ ਨਿਭਾਈਏ। ਬਰਨਾਲਾ 'ਚ ਵੀ ਇਸੇ ਤਰੀਕੇ ਦਾ ਮਾਮਲਾ ਸਾਹਮਣੇ ਆਇਆ, ਉੱਥੇ ਵੀ ਭਦੌੜ ਦਾ ਉਹਨਾਂ ਡਾਕਟਰ ਸਾਹਿਬ ਇਹ ਕਹਿੰਦੇ ਸੀ ਕਿ ਸਾਨੂੰ ਸ਼ਹਿਰ ਦੇ ਵਿੱਚ ਜਿਹੜਾ ਟ੍ਰਾਂਸਫਰ ਸ਼ਹਿਰ 'ਚ ਕਰੋ, ਪਰ ਅਸੀਂ ਕਿੰਨਿਆਂ ਕੁ ਨੂੰ ਸ਼ਹਿਰ 'ਚ ਟ੍ਰਾਂਸਫਰ ਕਰ ਲਾਂਗੇ। ਸੋ ਇਸ ਕਰਕੇ ਜਿੱਥੇ ਅਪਾਇੰਟ ਹੋਏ ਨੇ ਉੱਥੇ ਪਿਆਰ ਨਾਲ ਆਪਾਂ ਲੋਕਾਂ ਦੀ ਸੇਵਾ ਕਰੀਏ। ਤੇ ਇਹਨਾਂ ਜਗ੍ਹਾ ਦੇ ਉੱਤੇ ਰੋਪੜ ਤੇ ਜਾਂ ਭਦੌੜ ਦੇ ਵਿੱਚ ਡਾਕਟਰ ਦੂਜੇ ਲਗਾਏ ਗਏ ਆ, ਉਹਨਾਂ ਦੀ ਥਾਂ ਕੋਈ ਹੋਰ ਆ ਗਿਆ, ਬੈਕਅਪ ਆ ਗਏ? ਸਾਡੇ ਲਵੇ ਆਲਰੇਡੀ ਬੈਕਅਪ ਪਹਿਲਾਂ ਹੀ ਹੈਗਾ। ਕੋਈ ਅਸੀਂ ਇਹ ਨਹੀਂ ਵੀ ਜਿਹੜੇ ਪਹਿਲਾਂ ਹਸਪੀਟਲ ਨੇ ਉਹਨਾਂ ਦੇ ਵਿੱਚੋਂ ਪੱਟ ਕੇ ਕਿਸੇ ਇਸ ਤਰ੍ਹਾਂ ਕਰਾਂਗੇ। ਸਾਡੇ ਬੈਕਅਪ ਬਹੁਤ ਪਿਆ। ਅਸੀਂ ਸਗੋਂ ਜਦੋਂ ਅਸੀਂ ਇਹਦਾ ਇਸ਼ਤਿਹਾਰ ਦਿੱਤਾ ਸੀਗਾ ਅਪਾਇੰਟ ਕਰਨ ਵਾਸਤੇ, ਉਦੋਂ ਸਾਡੀ ਉਮੀਦ ਤੋਂ ਕਿਤੇ ਵੱਧ ਕੇ ਜਿਹੜੇ ਲੋਕ ਸੀਗੇ ਉਹਨਾਂ ਨੇ, ਡਾਕਟਰ ਸਾਹਿਬ ਸੀਗੇ, ਉਹਨਾਂ ਨੇ ਅਪਲਾਈ ਕੀਤਾ ਸੀ। ਸੋ ਸਾਨੂੰ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜਾ ਕੋਈ ਅਸੀਂ ਹੋਰ ਇਹਨੂੰ ਐਡ ਆਨ ਕਰਾਂਗੇ ਉਹਦੇ ਵਾਸਤੇ ਵੀ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ। ਬਹੁਤ ਸਾਰੇ ਡਾਕਟਰ ਨੇ ਜਿਹੜੇ ਸੇਵਾ ਕਰਨੀ ਚਾਹੁੰਦੇ ਨੇ। ਕੈਮਰਾਮੈਨ ਸੁਖਜਿੰਦਰ ਦੇ ਨਾਲ ਪੰਕਜ ਕਪਾਈ, ਨਿਊਜ਼ 18 ਚੰਡੀਗੜ੍ਹ। ਰੁਕਾਂਗੇ ਅਗਲੀ ਵੱਡੀ ਖਬਰ ਦੱਸਦੀਆਂ। ਭਗਵੰਤ ਮਾਨ ਨੂੰ ਮਿਲੇ ਨੇ ਮਨਪ੍ਰੀਤ ਯਾਲੀ। ਬੰਦ ਪਈਆਂ ਰਜਿਸਟਰੀਆਂ ਸਣੇ ਕਈ ਮੁੱਦਿਆਂ ਤੇ ਇਸ ਮੀਟਿੰਗ ਦੇ ਵਿੱਚ ਚਰਚਾ ਹੋਈ ਹੈ। ਇੱਕ ਵਫਦ ਦੇ ਨਾਲ ਸੀਐਮ ਦੇ ਨਾਲ ਯਾਲੀ ਦੇ ਵੱਲੋਂ ਮੁਲਾਕਾਤ ਕੀਤੀ ਗਈ ਹੈ। ਮਨਪ੍ਰੀਤ ਯਾਲੀ ਜਿਹੜੇ ਕਿ ਅਕਾਲੀ ਆਗੂ ਨੇ, ਜੇਕਰ ਪਿਛਲੇ ਕੁਝ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਸਾਫ਼ ਤੌਰ ਤੇ ਜਿਹੜੀ ਤਲਖੀ ਹੈ ਸਾਫ਼ ਤੌਰ ਤੇ ਵੇਖਣ ਨੂੰ ਮਿਲੀ ਜਦੋਂ ਰਾਸ਼ਟਰਪਤੀ ਚੋਣਾਂ ਸਨ ਤਾਂ ਉਸੇ ਦੌਰਾਨ ਜਦੋਂ ਐਨਡੀਏ ਦੇ ਉਮੀਦਵਾਰ ਨੂੰ ਅਕਾਲੀ ਦਲ ਦੇ ਵੱਲੋਂ ਸਮਰਥਨ ਕੀਤਾ ਗਿਆ ਤਾਂ ਉਸ ਦਾ ਬਾਈਕਾਟ ਕੀਤਾ ਗਿਆ, VOTING ਦਾ ਬਾਈਕਾਟ ਕੀਤਾ ਗਿਆ ਮਨਪ੍ਰੀਤ ਯਾਲੀ ਦੇ ਵੱਲੋਂ। ਉਸ ਤੋਂ ਬਾਅਦ
ਨਿਊਜ਼ 18 ਪੰਜਾਬ ਤੇ ਹੀ ਵਿਰਸਾ ਸਿੰਘ ਵਲਟੋਹਾ ਤੇ ਮਨਪ੍ਰੀਤ ਆਲੀ ਜਦੋਂ ਜੁੜੇ ਉਹਨਾਂ ਦੇ ਵਿਚਕਾਰ ਜਿਹੜੀ ਤਲਖੀ ਵੀ ਸਾਫ਼ ਤੌਰ ਤੇ ਵੇਖਣ ਨੂੰ ਮਿਲੀ ਤੇ ਇਸ ਦੇ ਵਿਚਾਲੇ ਹੁਣ ਇਹ ਤਸਵੀਰਾਂ ਸਾਹਮਣੇ ਆਈਆਂ ਨੇ। ਸੀਐਮ ਮਾਨ ਦੇ ਨਾਲ ਮੁਲਾਕਾਤ ਕੀਤੀ ਗਈ ਹੈ। ਮਨਪ੍ਰੀਤ ਆਲੀ ਦੇ ਵੱਲੋਂ ਬੰਦ ਪਈਆਂ ਰਜਿਸਟਰੀਆਂ ਦੇ ਸਣੇ ਕਈ ਮੁੱਦਿਆਂ ਤੇ ਚਰਚਾ ਹੋਈ ਹੈ। ਇਸੇ ਖਬਰ ਤੇ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਅਮਨ ਭਾਰਦਵਾਜ ਜੁੜੇ ਹੋਏ ਨੇ। ਅਮਨ, ਇੱਕ ਪਾਸੇ ਅਕਾਲੀ ਦਲ ਦੇ ਨਾਲ ਸਿੱਧੇ ਤੌਰ ਤੇ ਤਲਖੀ ਸਿੱਧੇ ਤੌਰ ਤੇ ਝੁੰਦਾ ਕਮੇਟੀ ਦਾ ਜ਼ਿਕਰ ਕਰਦੇ ਨੇ, ਸਿਫਾਰਿਸ਼ਾਂ ਨੂੰ ਲਾਗੂ ਕਰਨ ਦੀ ਮੰਗ ਕਰਦੇ ਨੇ ਮਨਪ੍ਰੀਤ ਆਲੀ ਤੇ ਦੂਜੇ ਪਾਸੇ ਇਹ ਤਸਵੀਰਾਂ ਸਾਹਮਣੇ ਆਈਆਂ ਨੇ। ਇਸ ਮੀਟਿੰਗ ਦੇ ਮਾਇਨੇ ਕੀ ਕੱਢੇ ਜਾਣ? ਦੇਖੋ, ਜੋ ਮਨਪ੍ਰੀਤ ਆਲੀ ਨਾਲ ਪਰਮਿੰਦਰ ਗੱਲ ਹੋਈ ਹੈ ਤਾਂ ਉਹਨਾਂ ਨੇ ਪੰਜਾਬ ਦੇ ਮੁੱਦੇ ਹੀ ਇਸ ਮੀਟਿੰਗ ਦਾ ਹਵਾਲਾ ਦਿੱਤਾ ਹੈ। ਇਸ ਮੀਟਿੰਗ ਦਾ ਔਰ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਅੰਦਰ ਖਾਸ ਕਰਕੇ ਉਹਨਾਂ ਦੇ ਹਲਕੇ ਦੇ ਅੰਦਰ ਵੀ, ਚਾਹੇ ਉਹ ਪਿੰਡੂ ਕਸਬਾ ਹੈ ਚਾਹੇ ਉਹ ਸ਼ਹਿਰੀ ਇਲਾਕਾ ਹੈ, ਤਾਂ ਉੱਥੇ ਇਸ ਦਿੱਕਤਾਂ ਨੇ ਕਿ ਇੱਕ ਤਾਂ ਰਜਿਸਟਰੀਆਂ ਜਿਹੜੀਆਂ ਪੂਰੇ ਪੰਜਾਬ ਦੀਆਂ ਬੰਦ ਪਈਆਂ ਨੇ ਔਰ ਖਾਸ ਕਰਕੇ ਉਹਨਾਂ ਦੇ ਇਲਾਕੇ 'ਚ ਲੋਕ ਨਾਲ ਆਏ ਸੀਗੇ, ਇੱਕ ਵਫਦ ਸੀਗਾ ਨਾਲ, ਉਹਨਾਂ ਵੱਲੋਂ ਜਿਹੜੇ ਕਲੋਨਾਈਜ਼ਰ ਨੇ ਉਹਨਾਂ ਦੇ ਮਸਲੇ ਸੀਗੇ, ਉਸ ਬਾਬਤ ਸੀਐਮ ਨੂੰ ਆਗਾਹ ਕੀਤਾ ਹੈ ਕਿ ਕਿਹੜੀ ਦਿੱਕਤਾਂ ਜਿਹੜੀਆਂ ਨੇ ਆ ਰਹੀਆਂ ਨੇ। ਐਨਓਸੀ ਦਾ ਮਸਲਾ ਸੀਗਾ, ਕਲੈਕਟਰ ਰੇਟ ਦੇ ਜਿਹੜੇ ਮਸਲੇ ਨੇ ਉਸ ਬਾਬਤ ਗੱਲਬਾਤ ਕੀਤੀ ਗਈ ਹੈ ਕਿ ਉਹ 10% 10 ਵਾਰ ਪਹਿਲਾਂ ਨਾਲੋਂ ਵਧੇ ਨੇ ਪਿਛਲੇ ਵਾਰ ਦੇ ਮੁਕਾਬਲੇ, ਤਾਂ ਉਸ ਬਾਬਤ ਗੱਲਬਾਤ ਕੀਤੀ ਗਈ ਹੈ। ਔਰ ਇਸ ਮੀਟਿੰਗ ਦੇ ਅੰਦਰ ਬਾਕੀ ਜਿਹੜੇ ਮਸਲੇ ਨੇ ਉਹਨਾਂ ਤੇ ਵੀ ਚਰਚਾ ਕੀਤੀ ਗਈ ਹੈ। ਇਹ ਮਨਪ੍ਰੀਤ ਆਲੀ ਦਾ ਕਹਿਣਾ ਸੀਗਾ ਔਰ ਮੁੱਖ ਮੰਤਰੀ ਵੱਲੋਂ ਭਰੋਸਾ ਮਿਲਿਆ ਹੈ ਕਿ ਇਨ ਮਸਲਿਆਂ ਤੇ ਹੱਲ ਜਿਹੜਾ ਹੈ ਉਹ ਕੋਈ ਕੱਢਿਆ ਜਾਏਗਾ। ਔਰ ਅੰਦਰ ਖਾਤੇ ਕੀ ਚਰਚਾ ਹੋਈ ਹੈ ਇਸ ਦਾ ਜ਼ਿਕਰ ਹਾਲਾਂਕਿ ਮਨਪ੍ਰੀਤ ਆਲੀ ਵੱਲੋਂ ਨਹੀਂ ਕੀਤਾ ਗਿਆ। ਲਾਜ਼ਮੀ ਤੌਰ ਤੇ ਪਰਮਿੰਦਰ ਜਦੋਂ ਦੋ ਸਿਆਸਤਦਾਨ ਮਿਲਦੇ ਜੀ ਮੌਜੂਦਾ ਹਾਲਾਤਾਂ ਤੇ ਜ਼ਰੂਰ ਚਰਚਾ ਹੁੰਦੀ ਹੈ, ਕਿਉਂਕਿ ਜੋ ਕੁਝ ਮਨਪ੍ਰੀਤ ਆਲੀ ਨੇ ਜ਼ਿਕਰ ਕੀਤਾ, ਅਕਾਲੀ ਦਲ ਨੂੰ ਲੈ ਕੇ ਆਵਾਜ਼ ਚੁੱਕੀ, ਉਸ ਤੇ ਮੁੱਖ ਮੰਤਰੀ ਨੇ ਲਾਜ਼ਮੀ ਤੌਰ ਤੇ ਗੱਲਬਾਤ ਜ਼ਰੂਰ ਕੀਤੀ ਹੋਏਗੀ ਔਰ ਮਨਪ੍ਰੀਤ ਆਲੀ ਨੇ ਵੀ ਕਿਤੇ ਨਾ ਕਿਤੇ ਹਵਾਲਾ ਜ਼ਰੂਰ ਹੁਣ ਦਿੱਤਾ ਕਿ ਪੰਜਾਬ ਦੇ ਮਸਲਿਆਂ ਤੇ ਗੱਲਬਾਤ ਹੋਈ ਹੈ, ਲੇਕਿਨ ਅੰਦਰ ਖਾਤੇ ਜ਼ਰੂਰ ਚਰਚਾ ਇਸ ਬਾਬਤ ਹੋਈ ਹੋਵੇਗੀ। ਔਰ ਇਹ तमाम ਮਸਲੇ ਸੀਗੇ ਜਿਨ੍ਹਾਂ ਬਾਬਤ ਗੱਲਬਾਤ ਮਨਪ੍ਰੀਤ ਆਲੀ ਵੱਲੋਂ ਕੀਤੀ ਗਈ ਹੈ। ਮੰਤਰੀ ਅਮਨ ਅਰੋੜਾ ਜਿਹੜੇ ਨੇ ਉਹ ਨਾਲ ਮੌਜੂਦ ਰਹੇ ਔਰ ਇੱਕ ਵਫਦ ਪੂਰੇ ਪੰਜਾਬ ਦਾ ਜੋ ਮਨਪ੍ਰੀਤ ਆਲੀ ਦੇ ਸਮਰਥਕ ਨੇ ਉਹ ਨਾਲ ਮੌਜੂਦ ਰਹੇ ਔਰ ਇਹਨਾਂ तमाम ਮਸਲਿਆਂ ਨੂੰ ਲੈ ਕੇ 5 ਤੋਂ 6 ਮਸਲੇ ਸੀਗੇ ਜਿਨ੍ਹਾਂ ਬਾਬਤ ਗੱਲਬਾਤ ਕੀਤੀ ਗਈ ਹੈ। ਪਰਮਿੰਦਰ ਠੀਕ ਹੈ ਅਮਨ, ਫਿਲਹਾਲ ਦੀ ਪੂਰੀ ਜਾਣਕਾਰੀ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਸੀਐਮ ਮਾਨ ਨੂੰ ਮਿਲੇ ਨੇ ਮਨਪ੍ਰੀਤ ਆਲੀ, ਬੰਦ ਪਈਆਂ ਰਜਿਸਟਰੀਆਂ ਸਣੇ ਕਈ ਮੁੱਦਿਆਂ ਤੇ ਚਰਚਾ ਹੋਈ, ਹਾਲਾਂਕਿ ਇਹਨਾਂ ਮੁੱਦਿਆਂ ਦਾ ਹਵਾਲਾ ਦਿੱਤਾ ਜਾ ਰਿਹਾ। ਖੈਰ ਜਦੋਂ ਸਿਆਸੀ ਅਜਿਹੀ ਕੋਈ ਮੁਲਾਕਾਤ ਹੁੰਦੀ ਹੈ, ਜਦੋਂ ਪਹਿਲਾਂ ਹੀ ਪਾਰਟੀ ਦੇ ਵਿੱਚ ਟਿਊਨਿੰਗ ਜ਼ਿਆਦਾ ਵਧੀਆ ਨਾ ਹੋਵੇ ਤਾਂ ਇਸ ਮੁਲਾਕਾਤ ਦੇ ਹੋਰ ਵੀ ਕਈ ਤਰ੍ਹਾਂ ਦੇ ਜਿਹੜੇ ਮਾਇਨੇ ਸਾਫ਼ ਤੌਰ ਤੇ ਕੱਢੇ ਜਾ ਸਕਦੇ ਨੇ।